ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹਲਾ ਪੰਜਵਾ। ਵਾਰ ਸਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਆਦਿ ਪੂਰਨ ਮਦ ਪੂਰਨ, ਅੰਤ ਪੂਰਨ ਪਰਮੇਸ਼ਵਰੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਣ ਜਗਦੀਸ਼ਵਰੈ। ਆਦ ਪੂਰਨ ਮਦ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਣ ਜਗਦੀਸ਼ਵਰ ਹੈ। ਪੇਖਣ ਸੁਣਨ ਸੁਨਾਵਣੋ, ਮਨ ਮੈਂ ਦ੍ਰਿੜਿਆ ਸਾਚ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਣ ਸਮਰੱਥ ਪ੍ਰਭ, ਜੋ ਕਰੇ ਸੋ ਹੋਈ।
ਖਿਨ ਮਹਿ ਥਾਪਿਉ ਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ, ਜੁਗਮ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸੰਨ ਭਰ ਰਹੇ ਸਵਾਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸੰਨ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹਲਾ ਪੰਜਵਾ, ਵਾਰ ਸਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਜੈਤਸਰੀ ਹੈ। ਪਾਵਨ ਬਚਨ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੇ ਨੇ, ਜੋ ਵਾਰ ਦੇ ਵਿੱਚ ਸ਼ਲੋਕਾਂ ਦੇ ਸਹਿਤ ਸਤਿਗੁਰੂ ਜੀ ਨੇ ਵਾਰ ਉਚਾਰਨ ਕੀਤੀ ਹੈ। ਔਰ ਵਾਰਾਂ ਦੇ ਵਿੱਚ ਸ਼ਲੋਕ ਪੰਚਮ ਪਾਤਸ਼ਾਹ ਜੀ ਨੇ ਅੰਕਿਤ ਕੀਤੇ। ਵਾਰ ਚਾਹੇ ਕਿਸੇ ਵੀ ਗੁਰੂ ਸਾਹਿਬ ਦੀ ਹੈ। ਇਹ ਵਾਰਾਂ ਪਹਿਲੋਂ ਕੇਵਲ ਪੌੜੀ ਰੂਪ ਦੇ ਵਿੱਚ ਸਨ। ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਕਿਸੇ ਪੌੜੀ ਦੇ ਨਾਲ ਇੱਕ ਸ਼ਲੋਕ, ਕਿਸੇ ਦੇ ਨਾਲ ਦੋ ਸ਼ਲੋਕ, ਔਰ ਕਈਆਂ ਨਾਲ ਇਸ ਤੋਂ ਵੱਧ ਵੀ ਸ਼ਲੋਕ ਗੁਰੂ ਸਾਹਿਬ ਜੀ ਨੇ ਅੰਕਿਤ ਕੀਤੇ। ਔਰ ਜਿਹੜੇ ਗੁਰੂ ਸਾਹਿਬ ਦੀ ਵਾਰ ਹੈ, ਉਸ ਤੋਂ ਬਿਨਾਂ ਹੋਰ ਗੁਰੂ ਸਾਹਿਬਾਨਾਂ ਦੇ ਸ਼ਲੋਕ ਵੀ ਅੰਕਿਤ ਕੀਤੇ। ਪਰ ਇਹ ਜੈਤਸਰੀ ਕੀ ਵਾਰ ਪੰਚਮ ਪਾਤਸ਼ਾਹ ਦੇ ਹੀ ਸ਼ਲੋਕ ਨੇ, ਸਤਿਗੁਰੂ ਜੀ ਦੀ ਹੀ ਵਾਰ ਹੈ। ਔਰ ਹਰ ਇੱਕ ਪੌੜੀ ਦੇ ਨਾਲ ਇੱਕ ਇੱਕ ਸ਼ਲੋਕ ਆਇਆ ਹੈ। ਅੰਗ ਨੰਬਰ 705 ਅਤੇ 706 ਹੈ। ਸ਼ਲੋਕ ਆਰੰਭ ਕਰਨ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਦਾ ਮੰਗਲਾਚਰਨ ਕੀਤਾ ਹੈ ਕਿ ਜਿਹੜਾ ਪਰਮੇਸ਼ਰ ਇੱਕ ਹੈ, ਜਿਹੜਾ ਅਦੁੱਤੀ ਹੈ, ਔਰ ਜਿਹੜਾ ਪਰਿਪੂਰਨ ਪਰਮਾਤਮਾ ਸਰਵ ਵਿਆਪੀ ਵੀ ਹੈ, ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸ਼ਲੋਕ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਇਸ ਪਾਵਨ ਸ਼ਬਦ ਦੇ ਵਿੱਚ, ਸ਼ਲੋਕ ਵਿੱਚ ਵੀ ਔਰ ਪੌੜੀ ਦੇ ਵਿੱਚ ਵੀ, ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਕੀਤੀ ਹੈ। ਔਰ ਉਸ ਪਰਿਪੂਰਨ ਪਰਮਾਤਮਾ ਦੇ ਕੁਝ ਗੁਣਾਂ ਨੂੰ, ਜਾਂ ਇਹ ਕਹਿੰਦੇ ਕਿ ਜਿਹੜੀ ਪਰਮਾਤਮਾ ਦੀ ਹੋਂਦ ਹੈ, ਉਸ ਬਾਰੇ ਕੁਝ ਕੁ ਬਚਨ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੇ ਨੇ। ਉਹ ਪਰਿਪੂਰਨ ਪਰਮਾਤਮਾ ਜਿਹੜਾ ਇੰਨਾ ਬੇਅੰਤ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਪਰਮੇਸ਼ਰ ਨੂੰ ਸਿਮਰਨਾ ਚਾਹੀਦਾ ਹੈ। ਸੰਤ ਜਨ ਸਿਮਰਦੇ ਨੇ ਕਿਹੜੇ ਪਰਮਾਤਮਾ ਨੂੰ? ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਪਹਿਲੀ ਪੰਕਤੀ ਵਿੱਚ, ਜਿਹੜਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਆਦ ਦਾ ਅਰਥ ਵੈਸੇ ਹੁੰਦਾ ਸ਼ੁਰੂ ਤੋਂ। ਜਿਹੜਾ ਪਰਮਾਤਮਾ ਸ਼ੁਰੂ ਦੇ ਵਿੱਚ ਵੀ ਪੂਰਾ ਸੀ। ਮੱਧ ਦਾ ਅਰਥ ਹੈ ਕਿ ਹੁਣ ਜਿਹੜਾ ਸਮਾਂ ਵਰਤ ਰਿਹਾ ਹੈ, ਵਰਤਮਾਨ, ਉਹ ਪਰਮੇਸ਼ਰ ਹੁਣ ਵੀ ਪੂਰਨ ਹੈ। ਅੰਤ ਸਮੇਂ ਵੀ ਉਸ ਪਰਮੇਸ਼ਰ ਨੇ ਸੰਪੂਰਨ ਹੀ ਰਹਿਣਾ ਹੈ। ਹੁਣ ਇਹ ਆਦ ਮੱਧ ਅੰਤ ਇਹ ਕਿੰਦਾ ਹੈ? ਦੇਖੋ, ਭਾਵੇਂ ਕੁਝ ਵਿਦਵਾਨਾਂ ਨੇ ਇੱਥੇ ਆਦ ਤੇ ਮੱਧ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਹਿ ਦਿੱਤਾ, ਪਰ ਸਤਿਗੁਰੂ ਜੀ ਦੇ ਪਾਵਨ ਅੰਗ 1430 ਨੇ। ਉਸ ਮੁਤਾਬਕ ਮੱਧ ਜਿਹੜਾ ਹੈ ਉੱਥੇ 715 ਤੇ ਬਣਦਾ ਹੈ। ਖੈਰ ਇੱਕ ਰਵਾਇਤ ਹੈ, ਸਮਝ ਲਿਆ ਗਿਆ, ਪਰ ਇੱਥੇ ਮੱਧ ਦਾ ਅਰਥ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਨਹੀਂ, ਤੇ ਜਿਹੜਾ ਆਦ ਦਾ ਅਰਥ ਹੈ ਭਾਵ-ਅਰਥ, ਉਹ ਵੀ ਰੱਬ ਦੇ ਪਰਮੇਸ਼ਰ ਦੇ ਆਪ ਤੋਂ ਨਹੀਂ। ਹੁਣ ਆਦ ਸ਼ੁਰੂਆਤ, ਤੇ ਸ਼ੁਰੂਆਤ ਕਦੋਂ ਤੋਂ ਹੋਈ? ਇਹ ਭਾਵੇਂ ਲੋਕਾਂ ਨੇ ਕਿਆਸ ਕਰਿਆ ਤੇ ਬੜੀਆਂ ਲਾਈਆਂ। ਕਿਸੇ ਨੇ ਕਹਿ ਦਿੱਤਾ ਕਿ 4000 ਸਾਲ ਹੋਏ, ਕਿਸੇ ਨੇ ਕਹਿ ਦਿੱਤਾ 10,000 ਸਾਲ ਹੋ ਗਏ, ਕਿਸੇ ਨੇ ਲੱਖਾਂ ਹਜ਼ਾਰ ਸਾਲ ਕਹਿ ਦਿੱਤਾ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹਕੀਕਤ ਇਹ ਹੈ ਕਿ ਉਸ ਰੱਬ ਨੇ, ਪਰਮੇਸ਼ਰ ਨੇ ਜਦੋਂ ਤੋਂ ਸ੍ਰਿਸ਼ਟੀ ਬਣਾਈ, ਆਦ, ਇਸ ਸ੍ਰਿਸ਼ਟੀ ਦਾ ਆਦ ਹੀ ਕੋਈ ਨਹੀਂ ਜਾਣਦਾ, ਕਿਉਂਕਿ ਉਦੋਂ ਕੋਈ ਹੈ ਹੀ ਨਹੀਂ ਸੀ ਤੇ ਜਾਣੇ ਕਿਹੜਾ, ਸਮਝ ਕਿਹਨੂੰ ਆਵੇ। ਔਰ ਸਤਿਗੁਰੂ ਜੀ ਨੇ ਪਾਵਨ ਵਚਨ ਕਹੇ ਨੇ ਕਿ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹ ਨਾ ਕੋਈ ਜੋਗੀ ਹੈ ਹੀ ਨਹੀਂ ਸੀ, ਕੋਈ ਰੁੱਤ ਹੈ ਹੀ ਨਹੀਂ ਸੀ, ਕੋਈ ਮਹੀਨਾ ਵਾਰ ਹੈ ਹੀ ਨਹੀਂ ਸੀ। ਜਾਣੇ ਕੋਈ ਕਿਵੇਂ ਕਿ ਸਾਡਾ ਆਦਿ ਕਦੋਂ ਤੇ ਦੁਨੀਆ ਦਾ ਆਦਿ ਕਦੋਂ ਤੋਂ ਹੈ? ਪਰਮੇਸ਼ਰ ਦੇ ਆਦਿ ਬਾਰੇ ਤਾਂ ਕੋਈ ਜਾਣ ਹੀ ਨਹੀਂ ਸਕਦਾ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਹਕੀਕਤ ਇਹ ਹੈ ਕਿ ਸ੍ਰਿਸ਼ਟੀ ਦੇ ਆਦਿ ਬਾਰੇ ਵੀ ਕੋਈ ਨਹੀਂ ਜਾਣ ਸਕਦਾ। ਜਦੋਂ ਸ੍ਰਿਸ਼ਟੀ ਸਾਜੀ ਕੋਈ ਵੀ ਨਹੀਂ ਸੀ। ਥਿਤਵਾਰ ਤੇ ਤਾਂ ਬਣੇ ਜਦੋਂ ਸੂਰਜ ਆਇਆ, ਤੇ ਸੂਰਜ ਹੋਂਦ ਦੇ ਵਿੱਚ ਉਦੋਂ ਆਇਆ ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ। ਹੁਣ ਇਹ ਸੂਰਜ ਹੋਂਦ ਵਿੱਚ ਕਦੋਂ ਆਇਆ ਕਿਸੇ ਨੂੰ ਇਹ ਨਹੀਂ ਪਤਾ। ਥਿਤਵਾਰ ਤੇ ਇਸ ਤੋਂ ਬਾਅਦ ਹੀ ਬਣੇ ਨਾ ਜੀ। ਔਰ ਧੰਨ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ, ਥਿਤਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ। ਤੇ ਕਿਉਂ ਨਹੀਂ ਜਾਣਦਾ ਕੋਈ ਜੀ? ਕਹਿੰਦੇ ਜੋਗੀ ਤਾਂ ਉਦੋਂ ਹੈ ਹੀ ਨਹੀਂ ਸਨ, ਉਦੋਂ ਤੱਕ ਦਿਨ ਵੀ ਕੋਈ ਨਹੀਂ ਸਨ, ਵਾਰ ਵੀ ਕੋਈ ਨਹੀਂ ਸੀ, ਸੂਰਜ ਵੀ ਕੋਈ ਨਹੀਂ ਸੀ, ਚੰਦਰਮਾ ਵੀ ਕੋਈ ਨਹੀਂ ਸੀ, ਧਰਤੀ ਵੀ ਨਹੀਂ ਸੀ, ਪਾਣੀ ਵੀ ਨਹੀਂ ਸੀ, ਹਵਾ ਵੀ ਨਹੀਂ ਸੀ, ਹੈ ਹੀ ਕੋਈ ਨਹੀਂ ਸੀ, ਤੇ ਜਾਣੇ ਕੋਈ ਕਿਵੇਂ? ਜਿਹਨੂੰ ਸਤਿਗੁਰੂ ਜੀ ਨੇ ਇੱਕ ਪੰਕਤੀ ਦੇ ਵਿੱਚ ਪਾਵਨ ਬਚਨ ਕਹੇ ਨੇ, ਕਹਿੰਦੇ ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਣਨੇ ਸੁਣ ਰਹਾ ਇਹਦਾ ਜਦੋਂ ਕੇਵਲ ਸੁਣ ਮਸੂਦੀ ਸੀ। ਕੋਈ ਵੀ ਨਹੀਂ ਸੀ ਤੇ ਕੋਈ ਜਾਣੇ ਕਿਵੇਂ? ਔਰ ਸ੍ਰਿਸ਼ਟੀ ਦੇ ਬਾਰੇ, ਰੱਬ ਦੇ ਆਦਿ ਬਾਰੇ ਤੇ ਕਿਸੇ ਨੇ ਕੀ ਜਾਣਨਾ ਹੈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਅਸੀਂ ਤੇ ਆਪਣੇ ਆਦਿ ਬਾਰੇ ਨਹੀਂ ਜਾਣਦੇ।
ਸਾਡਾ ਆਦਿ ਕਦੋਂ ਤੋਂ ਹੈ ਜੀ? ਸਾਡਾ ਆਦਿ ਅਸੀਂ ਸਮਝਦੇ ਜਿਹੜੇ ਅਸੀਂ ਕਾਗਜ਼ਾਂ ਦੇ ਵਿੱਚ ਲਿਖਾਏ ਨੇ, ਜਿਹਨੂੰ ਕਿਹਾ ਜਾਂਦਾ ਹੈ ਜਨਮ ਸਰਟੀਫਿਕੇਟ। ਅਸੀਂ ਜਨਮ ਦਿਨ ਨੂੰ ਮੰਨ ਲਿਆ ਕਿ ਸਾਡਾ ਆਦਿ ਇਹ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਜੀ ਤੇ ਇਸ ਜਨਮ ਨੂੰ ਜਨਮ ਨਹੀਂ ਮੰਨਦੇ। ਇਸ ਜਨਮ ਨੂੰ ਗੁਰੂ ਸਾਹਿਬ ਜੀ ਨੇ ਜੀਵਨ ਦਾ ਦੂਜਾ ਹਿੱਸਾ ਕਿਹਾ ਹੈ। ਪਹਿਲਾ ਹਿੱਸਾ ਮਾਤਾ ਦੇ ਗਰਭ ਵਿੱਚ, ਉੱਥੇ ਵੀ ਮਨੁੱਖ ਨੇ, ਡਾਕਟਰ ਨੇ, ਸਾਇੰਸ ਨੇ ਆਪਣੇ ਅੰਦਾਜ਼ੇ ਤੇ ਬੜੇ ਲਾਏ। ਹੋ ਸਕਦਾ ਅੰਦਾਜ਼ੇ ਕਿਸੇ ਹੱਦ ਤੱਕ ਨੇੜੇ ਤੇੜੇ ਪਹੁੰਚ ਵੀ ਜਾਣ, ਉਹ ਪੂਰੇ ਦਿਨ ਦੱਸ ਸਕਦੇ ਨੇ, ਪਰ ਇਹ ਸਾਡੀ ਹੋਂਦ ਕਦੋਂ ਹੋਈ, ਮਾਤਾ ਦੇ ਗਰਭ ਵਿੱਚ ਜੀਵ ਕਦੋਂ ਆਇਆ, ਉਸ ਵੇਲੇ ਸਮਾਂ ਕਿੰਨਾ ਸੀ, ਕਿੰਨੇ ਸਕਿੰਟ ਸਨ, ਕੋਈ ਨਹੀਂ ਜਾਣਦਾ। ਸਾਡਾ ਆਦਿ ਤੇ ਸਾਡਾ ਅੰਤ ਵੀ ਕੋਈ ਨਹੀਂ ਜਾਣਦਾ, ਕੇਵਲ ਉਹ ਆਪ ਹੀ ਜਾਣਦਾ ਹੈ। ਡਾਕਟਰ ਕਹਿ ਦੇਣਗੇ ਕਿ ਹੁਣ ਇਲਾਜ ਕੋਈ ਨਹੀਂ, ਇਹਦੇ ਕੋਲ ਇੱਕ ਹਫ਼ਤਾ ਹੈ ਕੇਵਲ, ਦਿਨ ਵੀ ਦੱਸ ਦੇਣਗੇ ਕਿ ਇੱਕ ਅੱਧਾ ਦਿਨ ਕੱਢ ਸਕਦਾ ਹੈ, ਇਹਦੀ ਮੌਤ ਹੈ, ਪਰ ਉਹ ਮੌਤ ਕਿੰਨੇ ਮਿੰਟ ਕਿੰਨੇ ਸਕਿੰਟ ਤੇ ਉਹਨੇ ਕੋਈ ਨਹੀਂ ਦੱਸ ਸਕਦਾ। ਔਰ ਸਤਿਗੁਰੂ ਜੀ ਨੂੰ ਉਸੇ ਜੀਵਨ ਦਾ ਪਹਿਲਾ ਪਹਿਰ ਕਹਿ, ਜਿੰਦੇ ਬਾਰੇ ਕੋਈ ਨਹੀਂ ਜਾਣਦਾ। ਸਾਡੇ ਆਪ ਬਾਰੇ ਅਸੀਂ ਨਹੀਂ ਜਾਣਦੇ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਕਹਿੰਦੇ ਜ਼ਿੰਦਗੀ ਦਾ ਪਹਿਲਾ ਰਹਿਣ ਕਦੋਂ ਸੀ? ਹੁਕਮ ਪਿਆ ਗਰਭਾਸ, ਜਦੋਂ ਰੱਬ ਦੇ ਪਰਮੇਸ਼ਰ ਦੇ ਹੁਕਮ ਕਰਕੇ ਗਰਭ ਦੇ ਵਿੱਚ ਆਇਆ। ਔਰ ਗਰਭ ਧਾਰਨ ਕਦੋਂ ਕੀਤਾ, ਕਿਸ ਸਮੇਂ ਕੀਤਾ, ਇਹ ਉਹੀ ਜਾਣਦਾ ਹੈ। ਤੇ ਸਾਡਾ ਜਿਹੜਾ ਅੰਤਲਾ ਸਵਾਸ ਆਉਣਾ ਹੈ, ਅੰਤਲਾ ਸਮਾਂ, ਉਹ ਵੀ ਉਹੀ ਜਾਣਦਾ ਹੈ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਉਹ ਆਖਰੀ ਦਮ ਕਦੋਂ ਨਿਕਲਦਾ ਕੋਈ ਨਹੀਂ ਜਾਣਦਾ। ਭਾਵੇਂ ਪਖੰਡੇ ਬੜੇ ਬੈਠੇ ਨੇ, ਦੱਸਣ ਵਾਲੇ ਬੜੇ ਨੇ ਕਿ ਤੇਰੇ ਕੋਲ ਇੰਨੇ ਦਿਨ ਨੇ, ਇੰਨੇ ਸਵਾਸ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਗਰੰਟੀ ਦਿੰਦੇ ਨੇ ਕੋਈ ਨਹੀਂ ਜਾਣਦਾ। ਨਾ ਸਾਡੇ ਜਨਮ ਨੂੰ, ਆਦਿ ਨੂੰ ਕੋਈ ਜਾਣ ਸਕਿਆ ਹੈ, ਨਾ ਸਾਡੇ ਅੰਤ ਨੂੰ ਕੋਈ ਨਹੀਂ ਜਾਣ ਸਕਦਾ। ਇੱਥੇ ਆਦਿ ਅੰਤ ਰੱਬ ਦਾ ਨਹੀਂ, ਆਦਿ ਅੰਤ ਸਾਡਾ ਹੋ ਸਕਦਾ ਹੈ, ਇਸ ਸ੍ਰਿਸ਼ਟੀ ਦਾ ਹੋ ਸਕਦਾ ਹੈ। ਉਹ ਰੱਬ ਪਰਮੇਸ਼ਰ ਸਾਡੇ ਸ਼ੁਰੂ ਤੋਂ ਵੀ, ਹੁਣ ਚੱਲ ਰਹੇ ਸਮੇਂ ਦੇ ਵਿੱਚ ਵੀ, ਤੇ ਸਾਡੇ ਅੰਤ ਦੇ ਵਿੱਚ ਜਾਂ ਸ੍ਰਿਸ਼ਟੀ ਦੇ ਅੰਤ ਵਿੱਚ ਵੀ, ਉਹ ਪਹਿਲੋਂ ਵੀ ਪੂਰਨ ਸੀ, ਹੁਣ ਵੀ ਪੂਰਨ ਹੈ, ਤੇ ਅੱਗੇ ਵੀ ਪੂਰਨ ਰਹਿਣਾ ਹੈ। ਜਿਹਨੂੰ ਭਾਵੇਂ 3 ਸਮਿਆਂ ਦੇ ਵਿੱਚ ਵੰਡਿਆ, ਪਰ ਧੰਨ ਗੁਰੂ ਨਾਨਕ ਸਾਹਿਬ ਜੀ 4 ਸਮੇਂ 'ਚ ਵੰਡਦੇ ਨੇ। ਸ਼ੁਰੂ ਤੋਂ ਵੀ ਪਹਿਲਾਂ ਆਦਿ ਪੂਰਨ, ਜਿੱਥੇ ਬਚਨ ਨੂੰ ਸਤਿਗੁਰੂ ਜੀ ਵਰਤ ਰਹੇ ਨੇ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ, ਆਦਿ ਸੱਚ ਜੁਗਾਦ ਸੱਚ। ਆਦਿ ਤੋਂ ਪਹਿਲਾਂ, ਜੁਗਾ ਤੋਂ ਵੀ ਪਹਿਲਾਂ ਉਹ ਸੱਚ ਸੀ, ਹੁਣ ਵੀ ਸੱਚ ਤੇ ਅੱਗੇ ਵੀ ਸੱਚ ਰਹਿਣਾ ਹੈ। ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹ ਪਰਿਪੂਰਨ ਪਰਮਾਤਮਾ ਜਿਹੜਾ ਆਦਿ ਤੋਂ ਪਹਿਲਾਂ ਵੀ ਪੂਰਨ ਸੀ, ਹੁਣ ਵੀ ਪੂਰਨ ਹੈ, ਅੰਤ ਵੇਲੇ ਵੀ ਪੂਰਨ ਹੀ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਣ ਜਗਦੀਸ਼ਵਰ ਹੈ। ਕਹਿੰਦੇ ਸੰਤ ਜਨ ਉਹਨੂੰ ਸਿਮਰਦੇ ਨੇ। ਸਿਮਰੰਤ ਸੰਤ ਕਿਹਨੂੰ ਸਿਮਰਦੇ ਨੇ ਜੀ? ਜਿਹੜਾ ਸਰਬਤਰ ਰਮਣੰ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਪਹਿਲੋਂ ਆਦਿ ਮੱਧ ਤੇ ਅੰਤ ਵਿੱਚ ਜਿਹੜਾ ਪੂਰਨ ਹੈ, ਫਿਰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸਾਰਿਆਂ ਦੇ ਵਿੱਚ ਰਹਿ ਕੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਨਾਨਕ ਅਗ ਨਾਸਣ ਜਗਦੀਸ਼ਵਰ ਹੈ। ਜਗਦੀਸ਼ਵਰ ਜਗਤ ਦਾ ਈਸ਼ਵਰ, ਜਗਤ ਦਾ ਮਾਲਕ। ਸਤਿਗੁਰੂ ਜੀ ਕਹਿੰਦੇ ਨੇ, ਅਗ ਦਾ ਅਰਥ ਹੁੰਦਾ ਪਾਪ। ਅਗ ਨਾਸਣ ਜਗਦੀਸ਼ਵਰ ਹੈ, ਜਿਹੜਾ ਸਾਡੇ ਕਰੋੜਾਂ ਜਨਮਾਂ ਦੇ ਕਰੋੜਾਂ ਪਾਪਾਂ ਨੂੰ ਇੱਕ ਖਿਣ ਵਿੱਚ ਕੱਟਣ ਵਾਲਾ ਹੈ, ਨਾਸ ਕਰਨ ਵਾਲਾ ਹੈ। ਉਹਨੂੰ ਸਿਮਰ। ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾ ਸਕਦੇ ਨੇ।
ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਹੀ ਬਚਨ ਕਰਦੇ ਹੋ 12 ਮਾਹ ਦੇ ਵਿੱਚ ਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਹ ਸਰੀਰ ਤੇ ਕਰਮਾਂ ਦਾ ਖੇਤ ਹੈ। ਜਿਵੇਂ ਦਾ ਕੋਈ ਬੀਜੇਗਾ ਉਵੇਂ ਦਾ ਉਹਨੂੰ ਮਿਲ ਜਾਣਾ ਹੈ। ਤੇ ਫਿਰ ਬੀਜੇ ਪਾਪ ਹੋਣ ਤੇ ਅੰਮ੍ਰਿਤ ਮਿਲ ਸਕਦਾ ਹੈ, ਬੀਜੇ ਪਾਪ ਹੋਣ ਤੇ ਉਹ ਪਾਪ ਕੱਟੇ ਜਾ ਸਕਦੇ ਨੇ। ਇੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਪਰਿਪੂਰਨ ਪਰਮਾਤਮਾ ਦੇ ਹੋਣ ਦਾ ਜ਼ਿਕਰ ਕੀਤਾ ਹੈ ਕਿ ਉਹ ਚਾਹੇ ਤਾਂ ਉਹ ਕੱਟ ਸਕਦਾ ਹੈ ਔਰ ਉਹ ਚਾਹੇ ਤਾਂ ਕੱਟਦਾ ਵੀ ਹੈ। ਸਾਡੇ ਕੋਲ ਗੁਰੂ ਸਾਹਿਬ ਦੀ ਬਾਣੀ ਵੀ ਹੈ, ਸਾਡੇ ਕੋਲ ਗੁਰੂ ਸਾਹਿਬ ਦਾ ਇਤਿਹਾਸ ਵੀ ਹੈ। ਇਤਿਹਾਸ ਦੇ ਵਿੱਚ ਆਪਾਂ ਪੜ੍ਹਦੇ ਛੇਵੇਂ ਪਾਤਸ਼ਾਹ ਦੇ ਕੋਲ ਆਈ ਸੀ ਮਾਈ ਕਿ ਉਮਰ ਭਾਵੇਂ ਜ਼ਿਆਦਾ ਹੋ ਗਈ, ਸਤਿਗੁਰੂ ਜੀ ਤੁਸੀਂ ਚਾਹੋ ਘਰ ਵਿੱਚ ਪੁੱਤਰ ਕੋਈ ਨਾ ਕੋਈ ਪੁੱਤਰ ਦੇ ਦਿਓ। ਤੇ ਛੇਵੇਂ ਪਾਤਸ਼ਾਹ ਕਹਿੰਦੇ ਮਾਈ ਤੇਰੇ ਭਾਗਾਂ ਵਿੱਚ ਹੀ ਨਹੀਂ। ਮਾਈ ਉੱਠ ਕੇ ਚਲੀ ਗਈ। ਉਹ ਕਾਗਜ਼ ਵੀ ਲੈ ਕੇ ਆ ਗਈ, ਕਲਮ ਤੇ ਦਵਾਤ ਵੀ ਲੈ ਕੇ ਆ ਗਈ। ਜਦੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਬਾਹਰ ਨੂੰ ਚੱਲੇ ਨੇ, ਮਾਈ ਅੱਗੇ ਆ ਕੇ ਖਲੋ ਗਈ ਕਿ ਸਤਿਗੁਰੂ ਜੀ ਜੇ ਭਾਗਾਂ ਦੇ ਵਿੱਚ ਨਹੀਂ ਸੀ ਤਾਂ ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ ਹੈ। ਕਰਮਾ ਸੰਧੜਾ ਖੇਤ ਜ਼ਰੂਰ ਹੈ, ਪਰ ਜੇ ਤੁਸੀਂ ਚਾਹੋ ਤਾਂ ਇਹਨੂੰ ਬਦਲ ਵੀ ਸਕਦੇ ਹੋ, ਲਿਖ ਵੀ ਸਕਦੇ ਹੋ, ਹੁਣ ਲਿਖ ਦਿਓ। ਔਰ ਆਪਾਂ ਕਹਾਂਗੇ ਉਹ ਤੇ ਛੇਵੇਂ ਪਾਤਸ਼ਾਹ ਜੀ ਨੇ ਲਿਖ ਦਿੱਤੇ। ਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ। ਗੁਰੂ ਅੱਜ ਵੀ ਗੁਰੂ ਦੇ ਹੱਥ ਵਿੱਚ ਕਲਮ ਹੈ। ਗੁਰੂ ਅੱਜ ਵੀ ਲੇਖ ਬਦਲ ਸਕਦਾ ਹੈ। ਔਰ ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਕਲਮ ਅਗੰਮ ਮਸਤਕ ਲਿਖਾਵਤੀ, ਉਹ ਕਲਮ ਮੇਰੇ ਗੁਰੂ ਦੇ ਹੱਥ ਵਿੱਚ ਅੱਜ ਵੀ ਹੈ। ਉਹ ਕਰੋੜਾਂ ਪਾਪ ਕੱਟ ਸਕਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਐਸੇ ਪਰਿਪੂਰਨ ਪਰਮੇਸ਼ਰ ਨੂੰ ਸੰਤ ਜਨ ਜਿਹੜੇ ਜਪਦੇ ਨੇ ਜਪਣਾ ਚਾਹੀਦਾ ਹੈ। ਸਿਮਰੰਤ ਸੰਤ ਸਰਬਤਰ ਨਮ ਰਮਣੰ, ਨਾਨਕ ਅਗ ਨਾਸਣ ਜਗਦੀਸ਼ਵਰ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ ਜਗਤ ਦਾ ਈਸ਼ਵਰ ਮਾਲਕ। ਇਹ ਤਰਕ ਜੇ ਕੋਈ ਕਰਕੇ ਕਹਦੇ ਕਿ ਉਦੋਂ ਤਾਂ ਛੇਵੇਂ ਪਾਤਸ਼ਾਹ ਜੀ ਨੇ ਗੱਲ ਸੁਣ ਲਈ, ਸੁਣ ਕੇ ਜਵਾਬ ਦੇ ਦਿੱਤਾ। ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਗੱਲ ਸੁਣਦੇ ਨੇ, ਉਹ ਬੋਲ ਕੇ ਜਵਾਬ ਦਿੰਦੇ ਨੇ ਔਰ ਤਰਕ ਕਰਨ ਵਾਲੇ ਕਰਦੇ ਨੇ। ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰਾ ਪਰਮੇਸ਼ਰ, ਮੇਰਾ ਗੁਰੂ, ਮੇਰਾ ਮਾਲਕ ਸੁਣਦਾ ਵੀ ਹੈ, ਵੀ ਉਹ ਵੇਖਦਾ ਵੀ ਹੈ, ਔਰ ਇੱਥੋਂ ਤੱਕ ਉਹ ਬੋਲਦਾ ਵੀ ਹੈ। ਪਰ ਹਾਂ, ਗੁਰੂ ਗ੍ਰੰਥ ਸਾਹਿਬ ਦੇ ਬੋਲ ਸੁਣਨਗੇ ਕੇਵਲ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਸ਼ਰਧਾ ਤੇ ਭਾਵਨਾ ਹੈ। ਕਿਉਂਕਿ ਭਾਵਨਾ ਤੋਂ ਬਿਨਾਂ ਤਾਂ ਨਹੀਂ ਸੁਣਦੇ। ਬੜੇ ਰਹਿਣ ਸਬਾਈ ਕੀਰਤਨ ਹੁੰਦੇ ਨੇ, ਬੜੀਆਂ ਕਥਾ ਵਿਚਾਰਾਂ ਹੁੰਦੀਆਂ ਨੇ, ਪਰ ਭਾਵਨਾ ਤੋਂ ਬਿਨਾਂ ਬੋਲ ਕਿੱਥੇ ਸੁਣਦੇ ਨੇ। ਜੇ ਸੁਣੇ ਹੁਣ ਫਿਰ ਤੇ ਯਾਦ ਰਹਿੰਦੇ ਨੇ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਮੇਰਾ ਮਾਲਕ ਪਰਮੇਸ਼ਰ ਉਹ ਹੈ ਕਿ ਜਿਹੜਾ ਵੇਖਣ ਸੁਣਨ ਸੁਣਾਵਣੋ, ਉਹ ਵੇਖਦਾ ਵੀ ਹੈ, ਸੁਣਦਾ ਵੀ ਹੈ, ਸੁਣਾਉਂਦਾ ਵੀ ਹੈ, ਬੋਲ ਕੇ ਸੁਣਾਉਂਦਾ ਵੀ ਹੈ। ਉਹ ਅੰਨਾ ਬੋਲਾ ਤੇ ਗੂੰਗਾ ਨਹੀਂ। ਉਹ ਪਰਮੇਸ਼ਰ ਵੇਖਦਾ ਵੀ ਹੈ, ਸੁਣਦਾ ਵੀ ਹੈ ਤੇ ਸੁਣਾਉਂਦਾ ਵੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਪਰ ਇਹ ਪਤਾ ਕਿਵੇਂ ਲੱਗੇ? ਕਹਿੰਦੇ ਮਨ ਮਹਿ ਦ੍ਰਿੜੀਐ ਸਾਚ। ਇਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬਿਲਕੁਲ ਸੱਚ ਗੱਲ ਹੈ। ਤੇ ਇਹ ਸਮਝ ਉਹਨੂੰ ਆਏਗੀ ਜਿਹਨੇ ਅੰਦਰ ਦ੍ਰਿੜ ਕਰ ਲਈ। ਮਨ ਮੈਂ ਦ੍ਰਿੜੀਐ ਸਾਚ, ਇਹਨੂੰ ਨਿਸ਼ਚਾ ਕਰਕੇ ਪੱਕਾ ਕਰਕੇ ਅੰਦਰ ਟਿਕਾ ਲਓ ਕਿ ਰੱਬ ਵੇਖ ਵੀ ਰਿਹਾ ਹੈ, ਉਹ ਸੁਣ ਵੀ ਰਿਹਾ ਹੈ ਤੇ ਆਪਣਾ ਹੁਕਮ ਸੁਣਾ ਵੀ ਰਿਹਾ ਹੈ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਸਾਰੀਆਂ ਥਾਵਾਂ ਤੇ ਪੂਰਾ ਹੈ। ਪੂਰ ਰਹਿਓ ਸਰਬਤਰ ਮੈਂ, ਇਹ ਨਹੀਂ ਕਿ ਕਿਸੇ ਖਾਸ ਟਿਕਾਣੇ ਤੇ। ਸਰਬੱਤਰ ਦਾ ਅਰਥ ਹੁਣ ਸਭ ਦੇ ਵਿੱਚ ਹੈ ਵੀ ਉਹ ਤੇਰੇ ਅੰਦਰ ਵੀ ਹੈ, ਉਹ ਸਾਰਿਆਂ ਦੇ ਅੰਦਰ ਹੀ ਹੈ।
ਔਰ ਜਿਹਨੂੰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਬੜੇ ਸੌਖੇ ਸ਼ਬਦਾਂ ਵਿੱਚ ਵੀ ਸਮਝਾਉਂਦੇ ਨੇ ਕਿ ਉਹ ਰੱਬ ਜਿਹੜਾ ਪਰਮੇਸ਼ਰ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਸਾਰੀਆਂ ਥਾਵਾਂ ਤੇ ਪੂਰਾ ਹੈ। ਪੂਰ ਰਹਿਓ ਸਰਬੱਤਰ ਮੈਂ, ਤੇ ਕਿੱਥੇ ਕਿੱਥੇ ਰਮਿਆ ਹੋਏ ਸਾਰੀਆਂ ਥਾਵਾਂ ਤੇ ਹੈ। ਤੇ ਨਾਲ ਕਿਰਪਾ ਕੀਤੀ ਨਾਨਕ ਹਰ ਰੰਗ ਰਾਜ, ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਈ ਉਹਦੇ ਰੰਗ ਦੇ ਵਿੱਚ ਰਚਿਆ ਰਹੋ। ਰੰਗ ਪਿਆਰ, ਉਹਦੇ ਪਿਆਰ ਦੇ ਵਿੱਚ ਮਸਤ ਰਹੋ। ਉਹ ਸਾਰੀਆਂ ਥਾਵਾਂ ਤੇ ਹੈ। ਔਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਦਸਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਰੇ ਬਚਨ ਕਹੇ ਗਏ, ਚਮਕੌਰ ਦੀ ਗੜੀ ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋ ਗਏ। ਸਾਹਿਬਜ਼ਾਦਿਆਂ ਨਾਲੋਂ ਵੱਧ ਪਿਆਰੇ ਸਿੰਘ ਸ਼ਹੀਦ ਹੋ ਗਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਉਹ ਨਾਲੋਂ ਵਿਛੜ ਗਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜੰਗਲਾਂ ਦੇ ਵਿੱਚ ਨੇ, ਮਾਛੀਵਾੜੇ ਦੇ ਜੰਗਲ, ਉੱਥੇ ਗੁਰੂ ਸਾਹਿਬ ਜੀ ਬੈਠੇ ਹੋਏ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਦੇ ਨੇ। ਔਰ ਸਤਿਗੁਰੂ ਜੀ ਕਹਿੰਦੇ ਨੇ ਸਾਰੀਆਂ ਥਾਵਾਂ ਤੇ ਉੱਥੇ ਵੀ ਹੈ ਜਿੱਥੇ ਇਹ ਕਹਿ ਦਿੱਤਾ ਗਿਆ ਕਿ ਨਾ ਸਾਜੋ ਨਾ ਬਾਜੋ ਨਾ ਚੌਰੋ ਨਾ ਤਖਤ, ਕੁਝ ਵੀ ਨਹੀਂ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇੱਕ ਹੈ ਜਿਹੜੀਆਂ ਸਾਰੀਆਂ ਥਾਵਾਂ ਤੇ ਪੂਰ ਰਹੋ ਸਰਬੱਤਰ ਮੈਂ, ਉਹ ਤੇ ਹੈ। ਜੇ ਗੱਲਬਾਤ ਕਰਨੀ ਫਿਰ ਕਿਉਂ ਨਾ ਉਹਦੇ ਨਾਲ ਹੀ ਕਰੀਏ। ਔਰ ਗੁਰੂ ਸਾਹਿਬ ਜੀ ਨੇ ਕੀਤੀ ਵੀ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਯਾਰੜੇ ਦਾ ਸਾਨੂੰ ਸਥਰ ਚੰਗਾ, ਬਸ ਉਹ ਯਾਰ ਸਾਡੇ ਨਾਲ ਹੈ, ਉਹ ਰੱਬ ਸਾਡੇ ਨਾਲ, ਤੇ ਇਹ ਜਿਹੜਾ ਸਥਰ ਹੈ ਕੰਡੇ ਨੇ ਇਹ ਵੀ ਚੰਗੇ ਨੇ। ਤੇ ਜੇ ਉਹਦੀ ਯਾਦ ਹੀ ਨਾਲ ਨਾ ਹੋਵੇ ਤੇ ਫਿਰ ਇਵੇਂ ਦੇ ਬਿਸਤਰੇ, ਇਵੇਂ ਦੇ ਰਜਾਈਆਂ ਤੇ ਇਵੇਂ ਜਿਵੇਂ ਸੱਪ ਵੱਟਦੇ ਪਏ, ਸੱਪਾਂ ਦੇ ਵਿੱਚ ਬੈਠਣਾ ਹੈ। ਇਵੇਂ ਦੀਆਂ ਖੁਸ਼ੀਆਂ ਵੀ ਹੋਣ, ਖੇੜੇ ਵੀ ਹੋਣ, ਸੋਹਣੇ ਘਰ ਵੀ ਹੋਣ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹਨਾਂ ਘਰਾਂ ਦੇ ਵਿੱਚ ਜੇ ਰੱਬਾ ਤੂੰ ਹੀ ਨਾ ਹੋਵੇ, ਪੱਠੀ 'ਚ ਪਾ ਕੇ ਸਾੜ ਦਿੰਦੀ ਹੈ। ਕਿਉਂਕਿ ਜੇ ਤੂੰ ਨਾਲ ਹੈ ਤੇ ਇਹ ਜੰਗਲਾਂ ਦੇ ਵਿੱਚ ਵੀ ਰਸ ਹੈ, ਆਨੰਦ ਹੈ। ਨਾਨਕ ਹਰ ਰੰਗ ਰਾਜ, ਹਰੀ ਪਰਮਾਤਮਾ ਦੇ ਰੰਗ ਵਿੱਚ ਰਚੇ ਹੋਏ ਨੇ। ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਬਚਨ ਵੀ ਕਹੇ ਨੇ, ਕੇਵਲ ਇਤਿਹਾਸ ਨਹੀਂ। ਸਤਿਗੁਰੂ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਨੇ ਕਿ ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਟੋਲਾ। ਰੰਗ ਟੋਲਾ, ਪਿਆਰੇ ਦੇ ਰੰਗ ਵਿੱਚ, ਉਸ ਪਿਆਰੇ ਦੇ ਰੰਗ ਵਿੱਚ ਰੰਗਿਆ ਹੋਇਆ ਚੋਲਾ ਪਾਇਆ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਜੇ ਪਿਆਰੇ ਦਾ ਰੰਗ ਹੀ ਨਹੀਂ, ਪਿਆਰੇ ਦਾ ਨਾਮ ਹੀ ਨਹੀਂ, ਤੇ ਫਿਰ ਚੋਲਾ ਬਸਤਰ ਜਿੰਨੇ ਮਰਜ਼ੀ ਕੀਮਤੀ ਹੋਣ। ਸ਼ਲੋਕ ਵਾਰਾਂ ਦੇ ਵਿਦੇਕ ਵਿੱਚ ਪਾਵਨ ਬਚਨ ਵੀ ਕੀਤੇ ਨੇ, ਜਿੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਯਾਰੜੇ ਦਾ ਸਾਨੂੰ ਸਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਉੱਥੇ ਸਤਿਗੁਰੂ ਜੀ ਵਾਰਾਂ ਦੇ ਵਿਦੇਕ ਵਿੱਚ ਪਾਵਨ ਬਚਨ ਕਰਦੇ ਨੇ ਕਿ ਧਨੇ ਵਿਹੂਣਾ ਪਾਟ ਪਟੰਬਰ, ਬੜੇ ਸੋਹਣੇ ਕੀਮਤੀ ਕੱਪੜੇ ਹੋ, ਪਰ ਉਹ ਧਨੇ ਰੱਬ ਖਸਮ ਦੀ ਯਾਦ ਹੀ ਨਾ ਹੋਵੇ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਇਵੇਂ ਕੱਪੜੇ, ਇਵੇਂ ਦੇ ਕੱਪੜਿਆਂ ਨੂੰ ਕੀਮਤੀ ਕੱਪੜਿਆਂ ਫਿਰ ਅੱਗ ਲਾ ਕੇ ਸਾੜ ਹੀ ਨਾ ਦੇਈਏ। ਰੱਬ ਦੀ ਯਾਦ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਮਿੱਟੀ ਦੇ ਵਿੱਚ ਲੇਟਣਾ ਪੈ ਜੇ, ਮਿੱਟੀ ਦੇ ਵਿੱਚ ਸੌਣਾ ਪੈ ਜੇ, ਮਿੱਟੀ ਦੇ ਵਿੱਚ ਰੁਲਦੀ ਹੋਈ ਇਹ ਜਿੰਦ ਵੀ ਬੜੀ ਸੋਹਣੀ ਹੈ ਜੇ ਰੱਬ ਚੇਤੇ ਹੈ। ਜੇ ਰੱਬ ਚੇਤੇ ਨਹੀਂ ਫਿਰ ਕੀਮਤੀ ਕੱਪੜੇ ਵੀ ਕਿਸੇ ਕੰਮ ਦੇ ਨਹੀਂ। ਉੱਥੇ ਗੁਰੂ ਸਾਹਿਬ ਨੇ ਪਾਵਨ ਬਚਨ ਕੀਤੇ, ਧਨੇ ਵਿਹੂਣਾ ਪਾਟ ਪਟੰਬਰ, ਭਾ ਸਿਤੇ ਜਾਲੇ, ਧੂੜੇ ਵਿੱਚ ਲੋੜੰਦੜੀ ਸੁਹਾ,
ਨਾਨਕ ਤੈ ਸਹਿ ਨਾਲੇ, ਜੇ ਸਹਿ ਨਾਲ ਹੈ ਮਾਲਕ ਨਾਲ ਹੈ, ਧੂੜੀ ਵਿੱਚ ਵੀ ਬੜੀ ਸੋਹਣੀ ਲੱਗਦੀ ਹੈ। ਇੱਥੇ ਸਤਿਗੁਰੂ ਇਹ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਵੀ ਜਪਣ ਵਾਲੇ ਉਹਦੇ ਰੰਗ ਦੇ ਵਿੱਚ ਜਿਹੜੇ ਰਚ ਜਾਂਦੇ ਨੇ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਹੁਣ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ ਵੀ ਉਸ ਪਰਿਪੂਰਨ ਪਰਮਾਤਮਾ ਨੂੰ ਗਾਉਣਾ ਚਾਹੀਦਾ ਹੈ, ਨਿਰੰਤਰ ਗਾਉਣਾ ਚਾਹੀਦਾ ਹੈ ਕਿ ਜਿਹੜਾ ਮਾਇਆ ਤੇ ਕਾਲਖ ਤੋਂ ਰਹਿਤ ਹੈ। ਨਿਰੰਜਨ, ਨਿਰੰਜਨ ਦਾ ਅਰਥ ਮਾਇਆ, ਮਾਇਆ ਦਾ ਅਰਥ ਕਾਲਖ, ਕਾਲਖ ਦਾ ਅਰਥ ਮੋਹ। ਜਿਹੜਾ ਮਾਇਆ ਦੇ ਮੋਹ ਤੋਂ, ਮਾਇਆ ਦੇ ਕਾਲਖ ਤੋਂ ਬਿਲਕੁਲ ਇਹਦੇ ਵਿੱਚ ਰਹਿ ਕੇ ਵੀ ਨਿਰਲੇਪ ਹੈ, ਕਿਉਂਕਿ ਹੈ ਤੇ ਮਾਇਆ ਦੇ ਵਿੱਚ ਹੀ ਹੈ, ਤੇ ਸਭ ਦੇ ਵਿੱਚ, ਪਰ ਸਾਰਿਆਂ ਦੇ ਵਿੱਚ ਰਹਿ ਕੇ ਜਿਹੜਾ ਇਹਨਾਂ ਤੋਂ ਫਿਰ ਵੀ ਨਿਆਰਾ ਹੈ, ਉਸ ਇੱਕ ਨੂੰ ਗਾਈਏ। ਹਰ ਏਕ ਨਿਰੰਜਨ ਗਾਈਐ। ਤੇ ਸਤਿਗੁਰੂ ਜੀ ਗਾਉਣ ਵਾਸਤੇ ਕਿੱਥੇ ਜਾਈਏ, ਕਿਹੜੀ ਥਾਂ ਤੋਂ ਰਹਿੰਦਾ ਹੈ? ਕਿਉਂਕਿ ਭੁਲੇਖੇ ਸਾਨੂੰ ਇਹ ਵੀ ਪੈਂਦੇ ਨੇ, ਸਵਾਲ ਉੱਠਦਾ ਵੀ ਹੈ। ਤੇ ਸਵਾਲ ਕਿਸੇ ਵੀ ਤਰ੍ਹਾਂ ਦਾ ਆਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਤਰ੍ਹਾਂ ਦੇ ਸਵਾਲ ਦਾ ਸਾਡਾ ਜਵਾਬ ਵੀ ਦਿੱਤਾ ਹੈ। ਉਹਨੂੰ ਗਾਉਣਾ ਕਿੱਥੇ ਹੈ? ਉਹ ਸਾਰਿਆਂ ਦੇ ਵਿੱਚ ਹੈ, ਹਰ ਥਾਂ ਤੇ ਹੈ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਇਸ ਗੱਲ ਦੀ ਸਮਝ ਆ ਗਈ ਨਾ ਕਿ ਜੋ ਸਾਰਿਆਂ ਦੇ ਵਿੱਚ ਹੈ, ਫਿਰ ਤੇ ਮੇਰੇ ਵਿੱਚ ਵੀ ਹੋਵੇਗਾ। ਔਰ ਸ਼ਬਦ ਭਾਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਜੇ ਉਸ ਰੱਬ ਨੂੰ ਮਿਲਣਾ ਚਾਹੁੰਦਾ ਹੈ ਭਈ ਸ਼ਬਦ ਦੀ ਖੋਜ ਕਰ। ਤੇ ਸ਼ਬਦ ਦੇ ਖੋਜ, ਸ਼ਬਦ ਦਾ ਗਿਆਨ ਸਾਨੂੰ ਦੱਸਦਾ ਕੀ ਹੈ ਕਿ ਬੰਦੇ ਜੇ ਸੱਚਮੁੱਚ ਕੁਝ ਖੋਜਣਾ ਨੇ, ਆਪਣੇ ਅੰਦਰ ਨੂੰ ਖੋਜ। ਪਹਿਲੋਂ ਤੇ ਰੱਬ ਨੂੰ ਆਪਣੇ ਅੰਦਰੋਂ ਲੱਭ, ਜੇ ਅੰਦਰੋਂ ਲੱਭ ਗਏ ਤੇ ਸ਼ਬਦ ਵਿੱਚੋਂ ਨਜ਼ਰ ਆਏਗਾ। ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ। ਉਹਨੂੰ ਗਾਉਣਾ ਚਾਹੀਦਾ ਜਿਹੜਾ ਸਾਰਿਆਂ ਦੇ ਵਿੱਚ ਹੈ। ਔਰ ਸਾਰਿਆਂ ਦੇ ਵਿੱਚ ਨਜ਼ਰ ਉਦੋਂ ਆਏਗਾ ਜਦੋਂ ਤੈਨੂੰ ਆਪਣੇ ਅੰਦਰ ਨਜ਼ਰ ਆ ਗਿਆ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਬਾਬਾ ਕਬੀਰ ਜੀ ਨੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਬਚਨ ਕਹੇ ਨੇ। ਬਾਬਾ ਫਰੀਦ ਜੀ ਬਚਨ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਪਰੇਸ਼ਾਨੀ ਮਾਹੇ। ਉੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਆਪਣਾ ਖੋਜਿਆ, ਅੰਦਰ ਲੱਭਿਆ, ਉਹ ਰੱਬ ਪਰਿਪੂਰਨ ਪਰਮਾਤਮਾ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਨੇ ਸਭ ਅੰਤਰ ਸੋਈ। ਸਮਝ ਆਈ ਕਿ ਮੇਰੇ ਅੰਦਰ ਵੀ ਹੈ, ਕਿਉਂਕਿ ਹੁਣ ਤਾਂ ਭੁਲੇਖਾ ਹੀ ਸੀ ਨਾ, ਰੱਬ ਕੋਈ ਹੋਰ, ਮੈਂ ਕੋਈ ਹੋਰ। ਤੇ ਬਾਬਾ ਕਬੀਰ ਜੀ ਕਹਿੰਦੇ ਨੇ, ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਣ, ਮਿਲ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਹੁਣ ਕੋਈ ਨਹੀਂ ਪਛਾਣ ਸਕਦਾ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਭਾਵੇਂ ਗੰਦੇ ਨਾਲੇ ਦਾ ਵੀ ਪੈ ਜੇ, ਪਰ ਫਿਰ ਕੋਈ ਇਹ ਕਹਿ ਨਹੀਂ ਸਕਦਾ ਕੋਈ ਪਾਣੀ ਨੂੰ ਅੱਡ ਕਰਕੇ ਵਿਖਾਓ। ਬਾਬਾ ਕਬੀਰ ਜੀ ਕਹਿੰਦੇ ਨੇ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ, ਬਸ ਉਹਦੇ ਦਰਸ਼ਨ ਹੋ ਗਏ, ਉਹਨੂੰ ਮਿਲ ਲਿਆ ਤਾਂ ਹੁਣ ਕੋਈ ਪਛਾਣ ਹੀ ਨਹੀਂ ਸਕਦਾ ਕਿ ਕਬੀਰ ਕੋਈ ਹੋਰ ਹੈ ਜਾਂ ਰੱਬ ਕੋਈ ਹੋਰ ਹੈ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹਨੂੰ ਭਾਈ ਸਿਮਰੋ ਜਿਹੜਾ ਸਾਰਿਆਂ ਦੇ ਅੰਦਰ ਹੈ। ਅੱਗੇ ਫਿਰ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕੀਤੀ ਹੈ, ਉਹਨੂੰ ਸਿਮਰ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਏ। ਜਿਹੜਾ ਪਰਮਾਤਮਾ ਸਭ ਕੁਝ ਕਰਨ ਵਾਲਾ ਹੈ ਤੇ ਕੁਝ ਵੀ ਕਰਨਾ ਹੁੰਦਾ ਕਾਰਨ ਬਣਦਾ ਹੈ, ਉਹ ਕਾਰਨ ਵੀ ਆਪ ਹੈ। ਹੁਣ ਕਰਨ ਤੇ ਕਾਰਨ ਸ਼ਬਦ ਦੋ ਇੱਕੋ ਜਿਹੇ ਨੇ, ਸੌਖਾ ਸਮਝ ਲਈਏ। ਕੋਈ ਬੈੱਡ ਬਣਾ ਰਿਹਾ ਹੈ, ਤੁਹਾਨੂੰ ਪੁੱਛਿਆ ਜੇ ਪੈਂਦਾ ਕਾਰਨ ਕੀ, ਬਣਾਉਣਾ ਕਿਉਂ ਹੈ? ਕਾਰਨ ਦੱਸੇਗਾ ਵੀ ਇਹਨੂੰ ਵੇਚਣਾ 4 ਪੈਸੇ ਹੋਣਗੇ। ਕੋਈ ਖਰੀਦਦਾਰ ਨੂੰ ਪੁੱਛੇ ਵੀ ਕਾਰਨ ਕੀ, ਖਰੀਦਣਾ ਕਿਉਂ ਹੈ? ਵੀ ਸੁੱਖ ਦੀ ਨੀਂਦ ਆਏ, ਸੌਣ ਵਾਸਤੇ ਖਰੀਦਣਾ ਹੈ। ਕਾਰਨ ਹੀ ਹੁੰਦੇ ਨੇ ਨਾ ਜੀ। ਔਰ ਸਤਿਗੁਰੂ ਜੀ ਕਹਿੰਦੇ ਨੇ ਉਹ ਕਾਰਨ ਵੀ ਆਪ ਹੈ ਤੇ ਕਰਨ ਵਾਲਾ ਵੀ ਆਪ ਹੈ। ਕੀ ਬਣਾਇਆ ਤੇ ਕਿਵੇਂ ਬਣਾਇਆ ਉਹ ਜਾਣਦਾ ਹੈ। ਕੀ ਬਣਾਇਆ, ਇਹਦਾ ਕਾਰਨ ਕੀ ਹੈ, ਉਹ ਕਾਰਨ ਵੀ ਆਪ ਹੈ, ਆਪ ਹੀ ਜਾਣਦਾ ਹੈ। ਤੇ ਨਾਲ ਅੱਗੇ ਕਿਰਪਾ ਕੀਤੀ, ਕੇਵਲ ਇੰਨਾ ਹੀ ਨਹੀਂ,
कहते खिन मैं थाप्यो थापदा, तिस बिन नहीं कोई, उंदे तो बिना कोई दूजा है ही नहीं। कारण भी आप है, करण वाला भी आप है, ते इन्ना समर्थ है। खिन अख झमकन जिन्ना समा, खिन मैं थापू थापदा, वो इन्ना समर्थ है कि अख झमकन जिन्ने समय दे विच पूरे ब्रह्मंडा नाश करके दोबारे साज भी सकता है केवल एक क्षण दे विच। और बाबा कबीर जी ने पावन बचन भी कहे ने कि रब परमेश्वर इन्नी समर्था वाला है कि जो जल ते थल कर, थल ते कूआ, कूह ते मेल करावे, वो जल तो धरती बना दे, धरती तो खूह बना दे, ते इक्को ही पल विच उस खूह नूं मेरू पर्वत बना दे। वो इन्ना समर्थ है। उत्थे पावन बचन कहे कि जल ते थल कर, थल ते कूआ, कूह ते मेल करावे, धरती ते आकाश चढ़ावे, चढ़े आकाश गिरावे, क्योंकि खिन मैं थापू थापदा। वो जेड़े सब तो नीवे ने आत्मिक जीवन करके धरती ते उन्होंने समान ते चढ़ा सकता है, ते जेड़े होमे के समान ते पहलों चढ़ते हैं उन्होंने धरती ते लिया भी सकता है। उत्थे सतगुरु कहते हैं वो इन्ना समर्थ है बाबा कबीर जी। भिखारी ते राज करावे, राजा ते भिखारी, खल मूर्ख ते पंडित करबो, पंडित ते मुगधारी। पंडित नूं मूर्ख ते मूर्ख नूं एक पल दे विच पंडित बना सकता है। और 8वें पातशाह जी दे इस पावन बचन उन्हां दी रहमत नूं आप जी जाणदे हो कि छज्जो झूर नूं लोक मूर्ख कहते सन, पर धन गुरु हरकृष्ण साहिब जी बाला प्रीतम जी कहते इहदे वर्गा विद्वान किता है। ये उनकी समर्था है कि खिन मैं थापू थापदा, तिस बिना नहीं कोई, उनके तो बिना कोई दूसरा है ही नहीं। और बाबा कबीर जी कहते हैं इन्ना समर्थ है कि नारी ते जो पुरख करावे, पुरखण ते जो नारी। हुण इत्थे पावन बचन कई बार साखी होर ढंग नाल भी सुनाई जाती है कि किसी ने भरोसा रख के कह दिता जे धी नहीं मेरा पुत्र है, पुत्र ही बन गया। इनके अर्थ ये नहीं, साखी जिन्नी मर्जी जोड़ दी। नारे ते जो पुरख करावे, ये डॉक्टर भी दसते हैं अज तक पढ़े लिखे दे जेड़े नौजवान लोग जानते भी ने कि नारे दे विच वो समर्था है, वो बालक नूं जन्म देवे, उनके सैल ज़्यादा हो तो उतों पुरख पैदा होता है। पुरख दे विच वो समर्था है कि पुरख दे विचों एक बच्ची का, एक स्त्री का जन्म हो जाता है। इनका भाव अर्थ है वो इन्ना समर्थ है कि नारी तो पुरख ते पुरख तो नारी पैदा कर रहे हैं। और बाबा कबीर जी कहते हैं कहो कबीर, वो जेड़ा परिपूर्ण परमात्मा है, वो जेड़ा एडा वड्डा है, उस मूरत तो, उस परमेश्वर तो बड़ा हार जाइए। हुण सतगुरु जी ने कृपा की, कहते उन्होंने जपो बई जेड़ा इन्नी समर्था का मालक है कि खिन मैं थापू थापदा, तिस बिन ने कोई, वो किथे किथे है। कहते खंड ब्रह्मांड पाताल दीप, वो खंडा विच भी है, ब्रह्मंडा विच भी है, पताला च भी है, जिन्ने दीप ने दीपा दे विच भी है। और सतगुरु जी कहते हैं केवल इत्थे नहीं रविया सब लोई, सारी लुकाई दे विच सब दे विच रविया होया, रमिया होया है। अखीर ते गुरु साहिब जी फिर कृपा करते हैं, पर ये गल्लां समझ किनू आउण। कहते जिसे आप बुझाए सो बुझसी, निर्मल जन सोई। कि ये समझ आवे उन्होंने सकती जिन्होंने मेरा गुरु आप कृपा करके समझा दे, तो जिन्होंने समझ आ जाए। सतगुरु कहते हैं निर्मल जन सोई, असल में उनका निर्मल अंदर होंदा ही उदों जो समझ आ जाए। सतगुरु जी कृपा करन, गुरु साहिब के पावन बचन किते समझ विच भी आ जाए और इन्हों कमा भी लईए। हुईयां भुलां दी किमा। आओ 1-2 मिनट होर रसना दे नाल हाजरी लवाइए, फिर समाप्ति है जी। वाहेगुरु वाहेगुरु वाहेगुरु।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।